हेलो नमस्कार दोस्तों अपना बीएसएफ ਕਾਂਸਟੇਬਲ ਦੇ ਵਿੱਚ ਟ੍ਰੇਡਮੈਨ ਦੀ ਜੋ ਰਿਕੁਆਇਰਮੈਂਟ ਨਿਕਲੀ ਹੋਈ ਹੈ 2022 ਦੇ ਵਿੱਚ ਇਸ ਸੰਬੰਧਿਤ ਆਪਾਂ ਗੱਲ ਕਰਾਂਗੇ ਕਿਹੜੇ ਕੈਂਡੀਡੇਟ ਇਸ ਫੋਰਮ ਨੂੰ ਅਪਲਾਈ ਕਰ ਸਕਦੇ ਹਨ ਐਲੀਜੀਬਿਲਟੀ ਔਰ ਕ੍ਰਾਈਟੇਰੀਆ ਜਿੰਨਾ ਵੀ ਜੋ ਵੀ ਇਸ ਸੰਬੰਧਿਤ ਅਪਲਾਈ ਦੌਰਾਨ ਕੋਈ ਜੋ ਸੰਬੰਧਿਤ ਜਾਣਕਾਰੀ है इस वीडियो के मदद में ਤੁਹਾਨੂੰ ਦਵਾਂਗਾ और इस वीडियो तक ਤੁਸੀਂ एंड तक बने रहना है और इस ਵਿੱਚ ਜਿਹੜਾ ਮੇਲ ਐਂਡ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਹਨ और ਜਿਹੜੇ ਮਿਨੀਮਮ ਜਿਹੜੀ ਕੁਆਲੀਫਿਕੇਸ਼ਨ ਹੈ ਤੁਹਾਡੇ ਕੋਲ 10 ਪਾਸ ਹੋਣਾ ਜ਼ਰੂਰੀ ਹੈ और 10 ਪਾਸ ਦੇ ਨਾਲ ਤੁਸੀਂ ਜਿਵੇਂ ਕਿ ਟ੍ਰੇਡਮੈਨ ਦੀ ਰਿਕੁਆਇਰਮੈਂਟ ਹੈ ਇਸ ਵਿੱਚ ਅਲੱਗ-ਅਲੱਗ ਟ੍ਰੇਡ ਹੈ ਨੇ और ਟ੍ਰੇਡ ਦੇ ਨਾਲ ਤੁਹਾਡੇ 10ਵੀਂ ਪਲੱਸ ਤੁਹਾਡੇ ਕੋਲ ITI ਹੋਣੀ ਚਾਹੀਦੀ ਹੈ ITI प्लस ਜਿਹੜਾ ਵੀ ਤੁਹਾਡਾ ਟ੍ਰੇਡ ਆਪਾਂ ਗੱਲ ਕਰਾਂਗੇ ਕਿਹੜੇ ਟ੍ਰੇਡ ਹੈਗਾ ਉਸ ਟ੍ਰੇਡ ਦੇ ਸੰਬੰਧਿਤ ਤੁਹਾਡੇ ਨਾਲ ਹੀ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਮਿਨੀਮਮ ਜਿਹੜਾ ਹੈਗਾ ਐਕਸਪੀਰੀਅੰਸ 2 ਸਾਲ ਦਾ ਹੋਣਾ ਚਾਹੀਦਾ ਹੈ 10ਵੀਂ ਪਾਸ ਪਲੱਸ ITI ਟ੍ਰੇਡ ਪਲੱਸ ਜਾਂ 2 ਸਾਲ ਦਾ ਐਕਸਪੀਰੀਅੰਸ ਅਗਰ ਤੁਹਾਡੇ ਕੋਲ ITI ਹੈ ਤੇ ਤੁਸੀਂ ITI ਦੇ ਨਾਲ ਤੁਹਾਨੂੰ 2 ਸਾਲ ਦਾ ਐਕਸਪੀਰੀਅੰਸ ਜਾਂ ਇਕੱਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਵੀ ਤੁਸੀਂ ਇਸ ਫੋਰਮ ਨੂੰ ਜਿਹੜਾ ਐਲੀਜੀਬਿਲਟੀ ਪੂਰਾ ਕਰਦੇ ਹੋ ਉਸ ਤੋਂ ਬਾਅਦ ਇਹਦੀ ਟੋਟਲ ਵੈਕੈਂਸੀ 2788 ਟੋਟਲ ਵੈਕੈਂਸੀ ਹੈਗੀ ਆ ਔਰ ਜਿਹੜੇ ਫੋਰਮ 17 ਜਨਵਰੀ ਤੋਂ 2022 ਤੋਂ ਅਪਲਾਈ ਹੋਏ ਸ਼ੁਰੂ ਹੋ ਗਏ ਹਨ ਔਰ ਲਾਸਟ ਮਿਤੀ ਜਿਹੜੀ ਹੈ 1 ਮਾਰਚ 2022 ਤੱਕ ਜਿਹੜੇ ਔਨਲਾਈਨ ਜਿਹੜਾ ਫਿਲ ਕੀਤੇ ਜਾ ਸਕਦੇ ਹਨ ਇਸ ਵਿੱਚ ਜਿਹੜੀ ਮਿਨੀਮਮ ਏਜ ਹੈ 18 ਤੋਂ 30 ਸਾਲ ਤੱਕ ਏਜ ਜਿਹੜਾ ਕੈਂਡੀਡੇਟ ਇਸ ਫੋਰਮ ਨੂੰ ਅਪਲਾਈ ਕਰ ਸਕਦਾ ਹੈ ਬਾਕੀ ਏਜ ਇਲੈਕਸ਼ਨ ਐਪਲੀਕਲ ਵਿਲ ਵੀ ਰੂਲਸ SC ਨੂੰ 5 ਸਾਲ ਦੇ SC ਜਿਹੜਾ ਕੈਂਡੀਡੇਟ ਹੈਗਾ 23 ਤੋਂ 5 28 ਸਾਲ ਤੱਕ ਅਪਲਾਈ ਕਰ ਸਕਦਾ ਹੈ ਔਰ ਜਿਹੜਾ BC ਹੈਗਾ ਉਹ 26 ਸਾਲ ਤੱਕ ਔਰ ਜਿਹੜਾ ਜਨਰਲ ਕੈਟਾਗਰੀ ਹੈ 23 ਸਾਲ ਤੱਕ ਜਿਹੜਾ ਇਸ ਫੋਰਮ ਨੂੰ ਜਿਹੜਾ ਅਪਲਾਈ ਕਰ ਸਕਦਾ ਹੈ ਬਾਕੀ ਐਕਸ ਸਰਵਿਸਮੈਨ ਹੋ ਗਿਆ ਔਰ ਅਲੱਗ-ਅਲੱਗ ਏਜ ਪਰ ਇਲੈਕਸ਼ਨ ਦੇ ਹਿਸਾਬ ਨਾਲ ਇਸ ਫੋਰਮ ਨੂੰ ਅਪਲਾਈ ਕਰ ਸਕਦਾ ਹੈ और इस विच वैकेंसी डिटेल है कांस्टेबल ट्रेडमैन ਦੀ ਇਸ ਵਿੱਚ ਮੇਲ ਦੀ 2651 ਵੈਕੈਂਸੀ ਔਰ ਫੀਮੇਲ ਕੈਂਡੀਡੇਟ ਦੀ 137 ਵੈਕੈਂਸੀ ਹੈ ਇਸ ਸੰਬੰਧਿਤ ਆਪਾਂ ਗੱਲ ਕਰਾਂਗੇ ਨੋਟੀਫਿਕੇਸ਼ਨ ਦੀ ਜਿੰਨੀ ਵੀ ਜਾਣਕਾਰੀ ਹੈ ਜਿੰਨੀ ਵੀ ਲੋੜੀਂਦੀ ਜਾਣਕਾਰੀ ਹੈ ਇਸ ਵਿੱਚ ਜਿਹੜੀ ਤੁਹਾਨੂੰ ਜਿਹੜੀ ਹੈ ਪੂਰੀ ਦਿੱਤੀ ਜਾਏਗੀ तो ਆਪਾਂ ਨੋਟੀਫਿਕੇਸ਼ਨ ਚੈੱਕ ਕਰਦੇ ਹਾਂ इस विच मेल एंड फीमेल इंडियन सिटीजन दोनों अप्लाई कर सकते हैं जिस विच टोटल 2788 वैकेंसी है और 2651 जी वैकेंसी है वो मेल कैंडिडेट दी ली है और 137 जी वैकेंसी है फीमेल कैंडिडेट दी ली है इस विच इंपोर्टेंट जी जी जानकारी है वो तुहानूं प्रोवाइड की जाएगी और इस विच कैंडिडेट विल अप्लाई ओनली 1 पोस्ट एंड डेट इस विच जिस कैंडिडेट इस फॉर्म अप्लाई करना वो मतलब एक पोस्ट ही अप्लाई कर सकता है और सब तो पहले आप गल कर लें इस विच जिस कैंडिडेट भी अप्लाई करना है उस विच एक उसका क्वालिफिकेशन डिटेल एक 10वीं का सर्टिफिकेट एक फोटो होगी और एक अपना रेजिडेंस का सर्टिफिकेट आ गया कास्ट का सर्टिफिकेट हो गया और अपने ITI का जी क्वालिफिकेशन की हुई है वह सर्टिफिकेट हो गया और एक्सपीरियंस सर्टिफिकेट हो गया ये जो डॉक्यूमेंट है थोड़े एलिजिबल हैं और अप्लाई दौरान और उस तो बाद अपन गल करते हैं जो इंपोर्टेंट है ना सिर्फ उस संबंधित ही अपन गल करांगे एप्लीकेशन भी अपलोड जी फोटो तुम अपलोड करनी है वो सेटिंग ना साफ सुथरी होनी चाहिए है जी क्लीयर अपने दिस सके इस विच जी फीस हैगी है जनरल और EWS कैटेगरी और OBC कैटेगरी की जी 100 रुपये फीस हैगी है तुसीं नैट बैंकिंग राਹੀਂ ਜਾਂ क्रेडिट डेबिट कार्ड राਹੀਂ ਜਿਹੜੀ ਤੁਸੀਂ पे कर सकते हो और इस विच जी रिक्वायरमेंट हैगी अलग-अलग जी स्टेट वाइज निकली हुई है जी अलग-अलग स्टेट है अलग-अलग उन्होंने हैडकुआटर हैं और उस विच रिक्वायरमेंट निकली है जिस भी हैडकुआटर तुसीं पढ़ना चाहते हो उस विच जिहड़ा है तुसीं अप्लाई कर सकते हो इस विच जिद्दां जम्मू कश्मीर एंड लद्दाख स्टेट हैगी है इस विच जिहड़ी हैडकुआटर फ्रंटियर हैडकुआटर BSF श्रीनगर हगामा दे विच जिद्दां रिक्वायरमेंट निकली हुई है अलग-अलग जिहड़ी हैडकुआटर उन्हां विच तुसीं जिहड़ा अप्लाई कर सकते हो एक ही जिहड़ा पोस्ट है एक हैडकुआटर दे लई जिहड़ा जिस भी हैडकुआटर तुसीं पढ़दे हो उत्थे तुहाडा एग्जामिनेशन होएगा जो भी है डिटेल हैगी सारा तुहाडा उत्थे होएगा इस विच एजुकेशन क्वालिफिकेशन अपने 10वीं और 2 ईयर एक्सपीरियंस अगर तुहाडे कोल 10वीं हैगी
10ਵੀਂ ਦੇ ਨਾਲ ਜਿਹੜਾ ਵੀ ਤੁਹਾਡਾ ਟ੍ਰੇਡ ਹੈਗਾ, ਟ੍ਰੇਡ ਦੇ 2 ਸਾਲ ਦਾ ਐਕਸਪੀਰੀਅੰਸ ਹੈਗਾ, ਤੁਸੀਂ ਇਸ ਫੋਰਮ ਨੂੰ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਨਹੀਂ ਹੈ ਤਾਂ ਤੁਹਾਡੇ ਕੋਲ 1 ਈਅਰ ਸਰਟੀਫਿਕੇਟ ਹੋਵੇ ਐਂਡ ITI ਦਾ, ਅਤੇ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਇਹ ਵੀ ਨਹੀਂ ਹੈ ਤਾਂ 2 ਸਾਲ ਦਾ ਜਿਹੜਾ ਡਿਪਲੋਮਾ ਹੋਣਾ ਚਾਹੀਦਾ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਦਾ, ਅਤੇ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ। ਇਹ ਕੁਆਲੀਫਿਕੇਸ਼ਨ ਹੈ ਮਿਨੀਮਮ। ਅਗਰ ਤੁਸੀਂ ਐਲੀਜੀਬਲ ਹੋ ਤਾਂ ਬਹੁਤ ਅੱਛੀ ਵੈਕੈਂਸੀ ਹੈ BSF 'ਤੇ, ਤੁਸੀਂ ਇਸ ਫੋਰਮ ਨੂੰ ਜ਼ਰੂਰ ਅਪਲਾਈ ਕਰੋ। ਔਰ ਏਜ 18 ਤੋਂ 23 ਸਾਲ, ਮੈਂ ਤੁਹਾਨੂੰ ਪਹਿਲੇ ਦੱਸਿਆ ਇਹਦਾ ਏਜ ਇਲੈਕਸ਼ਨ ਹੈ 5 ਸਾਲ ਦਾ, SC ST BC ਨੂੰ 3 ਸਾਲ ਦਾ, ਜੰਮੂ ਐਂਡ ਕਸ਼ਮੀਰ ਜਿਹੜੇ ਇਸ ਏਰੀਏ ਦੇ ਹਨ ਉਹਨਾਂ ਨੂੰ 5 ਸਾਲ ਦਾ ਏਜ ਲਿਮਿਟ। ਚਿਲਡਰਨ ਐਂਡ ਡਿਪੈਂਡੈਂਟ ਫੈਮਿਲੀ ਮੈਂਬਰ ਕਿਲੋ 1984 ਜਿਹੜੇ ਹੋਏ ਨੇ 5 ਸਾਲ ਦਾ। ਔਰ ਉਸ ਤੋਂ ਬਾਅਦ ਜਿਹੜਾ ਫਿਜ਼ੀਕਲ ਸਟੈਂਡਰਡ ਹੈ, ਜਿਹੜਾ ST ਐਡਵਾਈਜ਼ ਨੇ ਜਿਹੜੇ ਆਲ ਸਟੇਟ ਨੇ, ਇਹਨਾਂ ਦੀ 162 ਸੈਂਟੀਮੀਟਰ ਹੋਣੀ ਚਾਹੀਦੀ ਹੈ, 76 ਤੋਂ 81 ਸੈਂਟੀਮੀਟਰ ਜਿਹੜੀ ਹਾਈਟ ਉਹ ਸੈਂਟੀਮੀਟਰ ਜਿਹੜੀ ਚੈਸਟ ਹੋਣੀ ਚਾਹੀਦੀ ਹੈ। ਔਰ ਇਸ ਵਿੱਚ ਡੋਗਰਾ, ਮਰਾਠੀ ਐਂਡ ਕੈਟਾਗਰੀ ਬਿਲੋਂਗਿੰਗ ਟੂ ਸਟੇਟ ਆਫ ਸਿੱਕਮ, ਨਾਗਾਲੈਂਡ, ਇਹਨਾਂ ਦੀ ਜਿਹੜੀ ਹਾਈਟ 165 ਸੈਂਟੀਮੀਟਰ ਨੋਰਮਲ ਹੋਣੀ ਚਾਹੀਦੀ ਹੈ। ਔਰ ਜਿਹੜੀ ਚੈਸਟ 78 ਤੋਂ 83 ਮਤਲਬ 5 ਸੈਂਟੀਮੀਟਰ ਜਿਹੜਾ ਹੈਗਾ ਉਹ ਫਲਾ ਹੋਣਾ ਚਾਹੀਦਾ। ਅਲੱਗ-ਅਲੱਗ ਹਾਈਟ ਹੈ। ਫੀਮੇਲ ਦੇ ਲਈ 150 ਸੈਂਟੀਮੀਟਰ ਜਿਹੜੀ ਹਾਈਟ ਹੋਣੀ ਚਾਹੀਦੀ ਹੈ, ਔਰ ਚੈਸਟ ਨੋਟ ਐਪਲੀਕਲ। ਔਰ ਜਿਹੜੀ ਵੂਮਨ ਬਿਲੋਂਗ ਟੂ ਕੈਟਾਗਰੀ ਗੋਰਖਾ, ਡੋਗਰਾ ਜਾਂ ਐਰਾ ਵਗੈਰਾ ਇਹਨਾਂ ਨੂੰ ਬਿਲੋਂਗ ਕਰਦੀਆਂ, ਉਹਨਾਂ ਦੀ 155 ਸੈਂਟੀਮੀਟਰ ਜਿਹੜੀ ਹੈ ਹਾਈਟ ਹੈਗੀ ਹੈ। ਔਰ ਸਟੈਂਡਰਡ ਮੋਡ ਆਫ ਸਿਲੈਕਸ਼ਨ, ਮੈਥਡ ਆਫ ਸਿਲੈਕਸ਼ਨ, ਇਹਦਾ ਸਿਲੈਕਸ਼ਨ ਪ੍ਰੋਸੀਜਰ ਕੀ ਹੋਏਗਾ। ਫਸਟ ਆਫ ਆਲ ਤੁਹਾਡਾ PAST ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਏਗਾ, ਫਿਜ਼ੀਕਲ ਸਟੈਂਡਰਡ ਟੈਸਟ ਹੋਏਗਾ। ਔਰ ਸਟੈਂਡਰਡ ਦੇ ਟੈਸਟ ਵਿੱਚ ਜਿਹੜੀ ਰੇਸ 5 ਕਿਲੋਮੀਟਰ ਜਿਹੜੀ 24 ਮਿੰਟ ਦੇ ਲਈ ਹੋਏਗੀ ਇਹ ਮੇਲ ਕੈਂਡੀਡੇਟ ਲਈ, ਔਰ ਫੀਮੇਲ ਕੈਂਡੀਡੇਟ ਲਈ 1600 ਮੀਟਰ ਰਨਿੰਗ ਹੋਏਗੀ, ਔਰ 8.5 ਮਿੰਟ ਦੇ ਵਿੱਚ ਤੁਸੀਂ ਪੂਰੀ ਕਰਨੀ ਹੋਏਗੀ। ਉਸ ਤੋਂ ਬਾਅਦ ਤੁਸੀਂ ਜਦੋਂ ਇਹ ਕਲੀਅਰ ਕਰ ਜਾਂਦੇ ਹੋ, ਉਸ ਤੋਂ ਬਾਅਦ ਤੁਹਾਡਾ ਟ੍ਰੇਡ ਟੈਸਟ ਹੋਏਗਾ। ਟ੍ਰੇਡ ਟੈਸਟ ਮੈਂ ਗੱਲ ਕਰਦਾ ਹਾਂ ਵੀ ਟ੍ਰੇਡਮੈਨ ਦੀ ਅਲੱਗ-ਅਲੱਗ ਟ੍ਰੇਡ ਹਨ, ਜਿੱਦਾਂ ਕੋਪਲਰ, ਟੇਲਰ, ਕੁੱਕ, ਵਾਟਰ ਕਰੀਅਰ, ਵਾਸ਼ਰਮੈਨ, ਵਾਰਬਰ, ਸਵੀਪਰ, ਕਾਰਪੈਂਟਰ, ਪੇਂਟਰ, ਇਲੈਕਟ੍ਰੀਸ਼ੀਅਨ, ਡਰਾਫਟਮੈਨ, ਵੇਟਰ ਐਂਡ ਮਾਲੀ। ਇਸ ਦੇ ਨਾਲ ITI ਜਾਂ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਜਿੱਦਾਂ ਕੁੱਕ ਦਾ ਹੈਗਾ, ਕੁੱਕ ਦੇ ਚਲੋ ITI ਨਹੀਂ ਹੁੰਦੀ, ਡਿਪਲੋਮਾ ਹੁੰਦਾ ਇਹਨਾਂ ਦਾ, ਅਤੇ ਤੁਹਾਡੇ ਕੋਲ ਜੇ ਐਕਸਪੀਰੀਅੰਸ ਹੈਗਾ 2 ਸਾਲ ਦਾ, ਤੁਸੀਂ ਐਲੀਜੀਬਲ ਹੋ ਇਸ ਫੋਰਮ ਨੂੰ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ। ਔਰ ਵਾਸ਼ਰਮੈਨ ਦਾ ਵੀ ਇੱਦਾਂ ਬਾਰ-ਬਾਰ, ਸਵੀਪਰ ਦਾ ਵੀ ਹੈ ਨਾ, ਸਵੀਪਰ ਦਾ ਵੀ ਅਗਰ ਤੁਹਾਡੇ ਕੋਲੋਂ ਸਵੀਪਿੰਗ, ਕਲੀਨਿੰਗ, ਟਾਇਲਟਸ ਐਂਡ ਬਾਥਰੂਮ ਇਟਸ ਇੱਦਾਂ ਹੈ ਨਾ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ 10ਵੀਂ ਦੇ ਨਾਲ। ਠੀਕ ਹੈ ਜੀ। ਅਗਰ ਤੁਹਾਡੇ ਕੋਲ ITI ਨਹੀਂ ਹੈ ਨਾ ਟ੍ਰੇਡਾਂ 'ਤੇ, ਇਹ ਟ੍ਰੇਡ ਨੇ ਜਿਹੜੇ ਵੀ ਕੈਂਡੀਡੇਟ ਇਸ ਫੋਰਮ ਨੂੰ ਅਪਲਾਈ ਕਰਨਾ ਚਾਹੁੰਦੇ ਹਨ, ਇਸ ਟ੍ਰੇਡ ਦੇ ਵਾਈਜ਼ ਜਿਹੜੇ ਚੈੱਕ ਕਰਕੇ ਔਰ ਵੈਕੈਂਸੀ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਫਸਟ ਤਾਂ ਤੁਹਾਡਾ ਹੋ ਗਿਆ ਆਪਣਾ ਰਨਿੰਗ ਸਿਲੈਕਸ਼ਨ ਪ੍ਰੋਸੈਸਰ। ਉਸ ਤੋਂ ਬਾਅਦ ਜਿਹੜਾ ਸੈਕਿੰਡ ਫੇਸ ਹੋ ਗਿਆ, ਜਿਵੇਂ 100 ਨੰਬਰ ਦਾ ਪੇਪਰ ਹੋਏਗਾ, ਜਿਹੜਾ PET ਜਿਹੜਾ ਕਲੀਅਰ ਹੋ ਜਾਏਗਾ, ਉਸ ਤੋਂ ਬਾਅਦ ਜਿਹੜਾ ਪੇਪਰ ਹੋਊਗਾ 100 ਨੰਬਰ ਦਾ, ਜਿਸ ਵਿੱਚ 100 ਨੰਬਰ ਦਾ ਹੋਣਾ 25 ਨੰਬਰ ਦਾ ਜਿਹੜਾ ਜਨਰਲ ਅਵੇਅਰਨੈਸ 25 ਦੇ, ਔਰ ਨੌਲੇਜ ਆਫ ਐਲੀਮੈਂਟਰੀ ਮੈਥਮੈਟਿਕਸ ਆਏਗਾ, ਔਰ ਅਲੱਗ-ਅਲੱਗ ਜਿਹੜਾ ਬੇਸਿਕ ਨੌਲੇਜ 25 ਨੰਬਰ ਦਾ ਜਿਹੜਾ ਟੋਟਲ 100 ਨੰਬਰ ਦਾ ਜਿਹੜਾ ਪੇਪਰ ਹੋਏਗਾ। ਜਿਹੜਾ ਥਰਡ ਫੇਸ ਐਗਜ਼ਾਮੀਨੇਸ਼ਨ ਹੋਣਾ ਉਹ ਹੈਗਾ ਮੈਡੀਕਲ। ਅਤੇ ਜਦੋਂ ਉਸ ਤੋਂ ਬਾਅਦ ਮੈਡੀਕਲ ਜਿਹੜਾ ਹੋਏਗਾ, ਉਸ ਤੋਂ ਬਾਅਦ ਜਿਹੜਾ ਤੁਹਾਡਾ ਜਿਹੜਾ ਜੁਆਇਨਿੰਗ ਲੈਟਰ ਆਏਗਾ। ਠੀਕ ਹੈ ਜੀ। ਜੁਆਇਨਿੰਗ ਲੈਟਰ ਮਤਲਬ ਉਸ ਤੋਂ ਬਾਅਦ ਫਾਈਨਲ ਜਿਹੜੀ ਮੈਰਿਟ ਲਿਸਟ ਬਣੇਗੀ, ਮੈਰਿਟ ਲਿਸਟ ਤੋਂ ਬਾਅਦ ਜਿਹੜਾ ਤੁਹਾਡਾ ਜੁਆਇਨਿੰਗ ਲੈਟਰ ਹੀ ਹੈ। Experience certificate. The post of constable determine the purely skill based, hence candidate are required to submit necessary certificate as proof of their expertise ਜਾਂ proficiency in the applied trade.
ਕੋਈ ਪ੍ਰੂਫ ਤੁਹਾਨੂੰ ਦੇਣਾ ਪਏਗਾ ਜਿਸ ਵੀ ਤੁਸੀਂ ਜਿੱਦਾਂ ਅਟੈਂਡਮੈਂਟ ਤੇ ਕੋਈ ਵੀ ਭਰਦੇ ਹੋ ਉਸ ਐਕਸਪੀਰੀਅੰਸ ਸਰਟੀਫਿਕੇਟ ਅਪਲਾਈ ਟ੍ਰੇਡ ਜਿਹੜਾ ਵੀ ਭਰਨਾ ਤੇ ਸੁਪਰ ਦਾ ਭਰਨਾ ਤਾਂ ਉਹਦਾ ਐਕਸਪੀਰੀਅੰਸ ਦਾ ਸਰਟੀਫਿਕੇਟ ਉਹ ਵੀ ਚੈੱਕ ਕੀਤਾ ਜਾਏਗਾ। ਮੇਰੀ ਸਿਲੈਕਸ਼ਨ ਅਪਲਾਈ ਦੌਰਾਨ ਇਸ ਦਾ ਨੋਟੀਫਿਕੇਸ਼ਨ ਹੈ ਔਰ ਜਿਹੜੇ ਵੀ ਕੈਂਡੀਡੇਟ ਇਸ ਫੋਨ ਅਪਲਾਈ ਕਰਨਾ ਚਾਹੁੰਦੇ ਹਨ ਔਰ ਜਿਹੜੀ ਐਲੀਜੀਬਿਲਟੀ ਨੂੰ ਪੂਰਾ ਕਰਦੇ ਹਨ ਇਸ ਫੋਨ ਨੂੰ ਜ਼ਰੂਰ ਅਪਲਾਈ ਕਰੋਗੇ। ਇਹਦੀ ਕਾफ़ੀ ਅੱਛੀ ਵੈਕੈਂਸੀ ਹੈਗੀ ਹੈ। ਉਹ ਅਲੱਗ ਇਹਦਾ ਵੈਕੈਂਸੀ ਹੈਗੀ ਹੈ ਅਲੱਗ ਸਟੇਟ ਵਾਈਜ਼ ਜਿਹੜੀ ਵੈਕੈਂਸੀ ਹੈਗੀ। ਬਾਕੀ ਧੰਨਵਾਦ ਦੋਸਤੋ। ਇਸ ਸੰਬੰਧੀ ਜਾਣਕਾਰੀ ਹੋਰ ਚਾਹੀਦੀ ਹੋਵੇ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਬਾਕੀ ਧੰਨਵਾਦ ਦੋਸਤੋ।